ਉਹ ਗੱਲ ਸੁਣੋ, ਉਹ ਬੈਟ ਦਾ ਨਿਸ਼ਾਨ ਵਾਪਸ ਮਿਲ ਗਿਆ ਫਿਰ? ਵੈਰੀ ਗੁੱਡ। ਪਰ ਨਾ ਨਾ ਨਾ, ਮਿਠਾਈਆਂ ਨਹੀਂ ਵੰਡ ਰਹੀਆਂ, ਬਿਲਕੁਲ ਨਾ ਮਿਠਾਈਆਂ ਵੰਡ ਦੇਣਾ, ਕੰਮ ਫਿਰ ਖਰਾਬ ਹੋਏਗਾ। ਤੁਹਾਨੂੰ ਪਤਾ ਹੈ ਕਿ ਫਿਰ ਤੁਹਾਨੂੰ ਗਲੇ ਚੁਗਲੀਆਂ ਮਾਰ ਮਾਰ ਕੇ ਕੱਢਣੀਆਂ ਪੈਂਦੀਆਂ ਨੇ। ਕਿਉਂ ਕਿ ਇਹ ਨਿਸ਼ਾਨ ਤੇ ਆਉਂਦਾ ਰਹਿਣਾ, ਜਾਂਦਾ ਰਹਿਣਾ। ਕਿਉਂ ਕਿ ਤੁਸੀਂ ਦੇਖਦੇ ਨਹੀਂ ਕਿ ਫੈਸਲੇ ਕੀ ਲਿਖੇ ਜਾ ਰਹੇ ਨੇ। ਪਹਿਲੇ ਜਿਹੜਾ ਫੈਸਲਾ ਤੁਹਾਡੀ ਜ਼ਮਾਨਤ ਦਾ, ਜਿਸ ਤੁਸੀਂ ਬੜੇ ਪਕੜੇ ਪਏ ਸੀ, ਉਹਦਾ ਫੈਸਲਾ ਪੜਿਆ ਜੇ? ਉਹਦੇ ਚ ਲਿਖਿਆ ਜਿਹੜੀ ਤੁਸੀਂ ਆਖੀਆਂ ਪੈਕੀਆਂ ਕਰਦੇ ਨੇ ਟਾਈਮ ਲੇਟ ਕਰਨ ਦੀਆਂ, ਉਹਨਾਂ ਦੇ ਬਾਰੇ ਅਗਰ ਤੁਸੀਂ ਕੋਈ ਵੀ ਐਸੀ ਹਰਕਤ ਦੁਬਾਰਾ ਕੀਤੀ ਤੇ ਤੁਹਾਡੀ ਜ਼ਮਾਨਤ ਕੈਂਸਲ ਹੋ ਜਾਏਗੀ। ਹੁਣ ਇਹ ਫੈਸਲਾ ਇਹਦੇ ਚ ਦੇਖੋ, ਪਹਿਲੇ ਨੂੰ ਹੋਰ ਨਾ ਪੜੋ, ਤਰਜਮਾ ਕਰਾ ਲਓ ਯਾਰ। ਉਹਦੇ ਮੋਟਾ ਮੋਟਾ ਲਿਖਿਆ ਹੈ ਕਿ ਉਹਦਾ ਦੂਸਰਾ ਕੇਸ ਚੱਲ ਰਿਹਾ ਹੈ, ਉਹਦੇ ਫੈਸਲੇ ਤੱਕ ਇਹ ਬੱਲੇ ਦਾ ਨਿਸ਼ਾਨ ਵਾਪਸ ਹੈ। ਠੀਕ ਹੋ ਗਿਆ? ਹੁਣ ਅਗਲੀ ਗੱਲ, ਜਿਹੜਾ ਤੁਹਾਡਾ ਪਲਾਨ ਬੀ ਤੇ ਸੀ ਉਹ ਕੰਜਰੋਂ ਲੀਕ ਹੋ ਗਿਆ ਜੀ। ਸਾਰੇ ਤੁਸੀਂ ਬੜੇ ਬੰਦੇ ਜੇ ਨਾ, ਟੈਕਨੋਲੋਜੀ ਦੀ ਦੁਨੀਆ ਦੀ ਬੜੀ ਯੂਜ਼ ਕਰ ਰਹੇ ਜੇ, ਕਿਉਂਕਿ ਬਾਹਰ ਦੀਆਂ ਅੰਦਰ ਦੀਆਂ ਸਾਰੀਆਂ ਤਾਕਤਾਂ ਤੁਹਾਡੇ ਨਾਲ ਨੇ ਤੇ ਟੈਕਨੋਲੋਜੀ ਵੀ ਤਾਂ ਤੁਹਾਡੇ ਨਾਲ ਨੇ। ਲੇਕਿਨ ਉਹ ਟੈਕਨੋਲੋਜੀਆਂ ਦੇ ਹੱਥੋਂ ਤੁਸੀਂ ਆਪੇ ਮਾਰ ਖਾਇਦੇ ਜੇ। ਤੁਹਾਡੇ ਜਨਾਬ ਪਲਾਨ ਬੀ ਤੇ ਸੀ ਲੀਕ ਹੋਇਆ ਪਿਆ ਜੇ। ਹੁਣ ਤੁਸੀਂ ਪੁੱਛੋਗੇ ਕਿ ਮੈਨੂੰ ਕਿਸ ਤਰ੍ਹਾਂ ਪਤਾ ਲੱਗਾ? ਪਲਾਨ ਤਾਂ ਅੰਦਾਜ਼ ਨਾ, ਪਲਾਨ ਤੁਸੀਂ ਸੁਣ ਲਓ ਆਪਣਾ, ਫਿਰ ਤਾਂ ਤੁਸੀਂ ਪਛਾਣ ਜਾਓਗੇ ਤੁਹਾਡਾ ਪਲਾਨ ਕੀ ਸੀ। ਹੁਣ ਤੁਸੀਂ ਜਿਹੜਾ ਰੌਲਾ ਪਾਇਆ ਸੀ ਨਾ ਦੁਨੀਆ ਨੂੰ ਦਿਖਾਉਣ ਵਾਸਤੇ ਕਿ ਸਾਡੇ ਕਾਗਜ਼ਾਤ ਨਹੀਂ ਜਮਾ ਹੋ ਦਿੰਦੇ, ਖੋਹ ਲੈਂਦੇ ਨੇ, ਯੂੰ ਜਾਂਦਾ ਫਲਾਂ ਜਾਂਦਾ, ਪਰ ਤੁਸੀਂ ਸ਼ਾਇਦ ਹੁਣ ਗੌਰ ਕਰੋ, ਸਾਰਾ ਪਾਕਿਸਤਾਨ ਗੌਰ ਕਰੇ ਇਹਨਾਂ ਦੇ ਕੰਜਰਾਂ ਦੇ ਕੰਮਾਂ ਦੇ, ਕਿ ਇਸ ਟਾਈਮ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕਾਗਜ਼ਾਤ ਜਮਾ ਹੋਏ ਨੇ ਇੰਤਖਾਬਾਤ ਵਾਸਤੇ, ਉਹ ਇਹਨਾਂ ਦੇ ਹੋਏ ਨੇ ਬਲੂਤੁਸ਼ਨਾਂ ਦੇ, 9 ਮਈ ਵਾਲਿਆਂ ਦੇ। ਤੇ ਕਿੰਨਾ ਵਾਵਿਲਾ ਸੀ। ਸਟੈਪ ਆ ਗਿਆ ਅੱਗੇ ਚਲੋ, ਅੱਗੇ ਇਹਨਾਂ ਦਾ ਪਲਾਨ ਸੁਣੋ। ਅਗਲਾ ਇਹਨਾਂ ਦਾ ਪਲਾਨ ਹੈ ਕਿ ਜੀ ਇਹ ਜਿਹੜੇ ਬਹੁਤ ਸਾਰੇ ਜਮ੍ਹਾਂ ਕਰਾਤੇ ਗਏ ਨੇ ਇਲਾਕੇ ਦੇ ਜਲਸੇ ਜਲੂਸ ਇਸ ਤਰ੍ਹਾਂ ਕਰੋ ਕਿ ਸਾਰੀ ਦੁਨੀਆ ਉੱਤੇ ਆ ਗਈ ਹੈ। ਮੁੰਡਿਆਂ ਨੂੰ ਮੋਟਰਸਾਈਕਲਾਂ ਦੇ ਪੈਟਰੋਲ ਪਾ ਕੇ ਦਿਓ, ਫਲਾਣਾ ਕਰੋ, ਸੋਸ਼ਲ ਮੀਡੀਆ ਤੇ ਗਰਮ ਕਰ ਦਿਓ ਸਾਰਿਆਂ ਨੂੰ। ਹਰ ਪਾਸੇ ਲੋਕਾਂ ਨੂੰ ਇਹੀ ਨਜ਼ਰ ਆਵੇ ਕਿ ਜੀ ਇਲੈਕਸ਼ਨ ਇਮਰਾਨ ਖਾਨ ਜਿੱਤਿਆ ਪਿਆ। ਜਦੋਂ ਸੋਸ਼ਲ ਮੀਡੀਆ ਦੇ ਵਿੱਚ ਨਜ਼ਰ ਮਾਰੋਗੇ ਤੇ ਇਮਰਾਨ ਖਾਨ ਨਜ਼ਰ ਆਏਗਾ। ਜਦੋਂ ਗਲੀ ਮਹੱਲੇ ਨਿਕਲੋਗੇ ਜਲਸੇ ਬੜੇ ਬੜੇ ਭਾਰੇ ਹੋਣਗੇ। ਪੈਸਾ ਤੇ ਤੁਹਾਨੂੰ ਪਤਾ ਖੁੱਲਾ ਨਾ, ਫਿਰ ਪਿੱਛੇ ਹੈ ਕੌਣ ਨੇ ਵੀ ਤੇ ਗੌਰ ਕਰੋ। ਜਲਸੇ ਜਲੂਸ ਗਲੀ ਦੇ ਵਿੱਚ, ਗਲੀਆਂ ਵਿੱਚ ਲੈ ਜਾ, ਮੋਟਰਸਾਈਕਲਾਂ ਦੇ ਮੁੰਡੇ ਫਿਰ ਰਹੇ ਨੇ, WhatsApp ਤੇ ਮੈਸੇਜ ਚੱਲ ਰਹੇ ਨੇ। ਤੇ ਜਿੱਧਰ ਵੀ ਹੁਣ ਇਹੋ ਜਗ੍ਹਾ ਨਾ ਜਿੱਥੇ ਬੰਦੇ ਦੀ ਨਜ਼ਰ ਪੈਣੀ, ਇੱਕ ਆਮ ਬੰਦੇ ਦੀ, ਅਨਪੜ੍ਹ ਹੋਵੇ, ਪੜ੍ਹਿਆ ਲਿਖਿਆ ਹੋਵੇ, ਜਿਹੜਾ ਉਤਲਾ ਤਬਕਾ ਹੋਵੇ, ਥੱਲੇ ਦਾ ਤਬਕਾ, ਇਹੋ ਜਗ੍ਹਾ ਨਾ ਜਿੱਥੇ ਨਜ਼ਰ ਪੈਣੀ ਹੈ। ਹਰ ਬੰਦੇ ਦੀ ਨਜ਼ਰ ਵਿੱਚ ਬਹਾ ਦਿਓ ਕਿ ਜੀ ਪੱਕਾ ਹੋ ਗਿਆ ਕੰਮ। ਠੀਕ ਹੈ ਜੀ। ਉਸ ਤੋਂ ਬਾਅਦ ਇਲੈਕਸ਼ਨ ਦਾ ਦਿਨ ਆਇਆ। ਇਲੈਕਸ਼ਨ ਤਾਂ ਤੁਸੀਂ ਤੇ ਲੜ ਹੀ ਨਹੀਂ ਸਕਦੇ, ਤੁਹਾਨੂੰ ਪਤਾ ਤੁਹਾਡੇ ਹੱਥ ਕੁਝ ਨਹੀਂ ਹੈਗਾ। ਤੁਸੀਂ ਤਾਂ ਰਸਤਾ ਕੀ ਕੱਢਿਆ ਕਿ ਇਲੈਕਸ਼ਨ ਨੂੰ ਇhtਜਾਜੀ ਜਲਸੇ ਦੇ ਵਿੱਚ ਬਦਲ ਜਾਏਗਾ। ਕਿਸ ਤਰ੍ਹਾਂ? ਜਦੋਂ ਐਸਾ ਸ਼ੋਰ ਸ਼ਰਾਬਾ ਹੋਏਗਾ, ਹਰ ਪਾਸੇ ਇਮਰਾਨ ਖਾਨ ਹੋ ਰਹੀ ਹੈਗੀ, ਫਿਰ ਇਲੈਕਸ਼ਨ ਦਾ ਦਿਨ ਹੀ ਆਏਗਾ। ਇਲੈਕਸ਼ਨ ਦੇ ਦਿਨ ਵੀ ਗੱਡੀਆਂ ਨੱਸੀਆਂ ਭੱਜੀਆਂ ਫਿਰਦੀਆਂ ਹੋਣਗੀਆਂ ਤੇ ਜੂਹੀ ਸ਼ਾਮ ਨੂੰ ਉਹਦਾ ਰਿਜ਼ਲਟ ਅਨਾਉਂਸ ਹੋਣਾ। ਤੁਸੀਂ ਅੰਦਾਜ਼ਾ ਕਰੋ ਨਾ ਫਿਰ ਰਿਜ਼ਲਟ ਕੀ ਹੋਣਾ। ਵੈਸੇ ਅਸੀਂ ਸੋਸ਼ਲ ਮੀਡੀਆ ਦੇ ਗਲੀਆਂ ਵਿੱਚ ਲੈਂਚ ਸਨੂਕਰੀਆਂ ਦੇ ਨਹੀਂ ਸੀ ਹੈਗੇ। ਹੁਣ ਉਸ ਸਨੂਕਰੀਆਂ ਦੇ ਲੋਕੀ ਵੋਟ ਪਾ ਗਏ ਜਿਹਨਾਂ ਨੂੰ ਪਾਣੇ ਸੀ, ਤੇ ਸ਼ਾਮ ਨੂੰ ਹੋਰ ਸਨੂਕਰੀਆਂ ਖੁੱਲ੍ਹੀਆਂ ਨੇ। ਇਹਨਾਂ ਬੰਦਿਆਂ ਨੇ ਸ਼ੋਰ ਕਰ ਦੇਣਾ, ਦੇਖੋ ਜੀ ਸਾਨੂੰ ਇਲੈਕਸ਼ਨ ਜਾਣ ਕੇ ਹਰਾਤਾ ਗਿਆ। ਜਦੋਂ ਇਹਨਾਂ ਨੂੰ ਕੁਝ ਵੀ ਨਹੀਂ ਸੀ ਨਾ ਕੀਤਾ, ਉਦੋਂ 35 ਪੈਂਚਰ ਕਹਿ ਕੇ ਜਿਹੜੇ ਬੰਦੇ 100 ਤੇ ਕਿੰਨੇ ਦਿਨ ਬੈਠੇ ਰਹੇ ਨੇ, ਉਹ ਹੁਣ ਤੇ ਜਨਮਨ ਸਮਾਨ ਲੈ ਕੇ ਤੇ ਜਾ ਕੇ ਬਹਿ ਜਾਣਗੇ ਜਨਾਬ ਉੱਥੇ। ਉਸ ਤੋਂ ਬਾਅਦ ਸਾਰੀ ਦੁਨੀਆ ਇਸ ਪਾਸੇ ਖੁੱਲ ਜਾਏਗੀ, ਜਿੱਥੇ ਜਾਇਜ਼ ਕਰ ਰਹੇ ਨੇ ਕਰੋ ਦਿਓ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਐਸੇ ਡਿਮਾਂਡਾਂ ਤੇ ਸ਼ੁਰੂ ਹੋ ਜਾਣਗੀਆਂ। ਹਕੂਮਤ ਤਾਂ ਬਣ ਨਹੀਂ ਦਿੱਤੀ ਜਾਏਗੀ ਕਿਸੇ ਦੀ, ਤੇ ਰੰਗ ਦੇ ਭੰਗ ਪੈਦਾ ਕੀ ਹੋਏਗਾ, ਕੀ ਫੈਲੇਗਾ, ਇੰਤਸ਼ਾਰ ਫੈਲੇਗਾ। ਤੇ ਇਹ ਵੀ ਇਹਨਾਂ ਦੀ ਜੌਬ ਹੈ, ਇਹ ਵੀ ਇਹਨਾਂ ਦਾ ਮਤਲਬ ਕਿ ਡਿਊਟੀ ਲੱਗੀ ਹੈ। ਹਰ ਜਗ੍ਹਾ ਤੋਂ ਹਰ ਲਫ਼ਜ਼ ਤੋਂ ਇੰਤਸ਼ਾਰ ਲੱਭਣਾ। ਇਹ ਜਨਾਬ ਪਲਾਨ ਬੀ ਤੇ ਸੀ ਵੀ ਇਹਨਾਂ ਨੇ ਥੋੜਾ ਟੱਚ ਮੈਂ ਤੁਹਾਨੂੰ ਸੁਣਾਤਾ, ਉਹ ਵੀ ਆਪਣੇ ਕੋਲ ਪਿਆ ਹੈ। ਉਹ ਸੀ ਵਾਲਾ ਪਲਾਨ ਹੈ ਨਾ ਜੀ, ਉਹ ਫੈਜ਼ ਹਮੀਦ, ਉਹ ਚਕਵਾਲ, ਉਹ ਸੀ ਵਾਲਾ ਪਲਾਨ ਜਿਹੜਾ ਨਾ ਬੀ ਵੀ ਉਹਨੇ ਤਿਆਰ ਕੀਤਾ ਸੀ, ਸੀ ਉਹਦੇ ਕੋਲ ਪਿਆ ਹੈ। ਤੇ ਸਾਨੂੰ ਵੀ ਪਤਾ ਕੀ ਜੇ ਸੀ ਕਹੋਗੇ ਉਹ ਵੀ ਦੱਸ ਦਿਆਂਗਾ, ਗੌਰ ਕਰੋ, ਜਾਗੋ। ਲੋ ਜੀ, ਇਹ ਤੇ ਉਹ ਪਲਾਨ ਸ਼ਲਾਨ ਜਿਹੜੇ ਤੁਹਾਨੂੰ ਪਤਾ ਖਾਬਾਂ ਦੀ ਦੁਨੀਆ 'ਚ ਰਹਿੰਦੇ ਨੇ ਕਾਫੀ ਅਰਸੇ ਤੋਂ, ਖਾਬਾਂ ਦੇ ਦੇਖੀ ਜਾ ਰਹੇ ਨੇ। ਇਹ ਪਲਾਨ ਸ਼ਲਾਨ ਤਾਂ ਇਹਨਾਂ ਨੇ ਬਣਾਏ ਨੇ। ਤੁਹਾਨੂੰ ਪਤਾ ਅੱਜ ਤੱਕ ਇਹਨਾਂ ਦਾ ਪਲਾਨ ਕੋਈ ਵੀ ਨਹੀਂ ਚੱਲਿਆ। ਜਦੋਂ ਬੰਦੇ ਨੇ ਨੰਗੇ ਹੋ ਜਾਂਦੇ ਨੇ, ਨੰਗੇ ਹੁੰਦੇ ਨੇ, ਫਿਰ ਮਰ ਜਾਂਦੇ ਨੇ, ਫਿਰ ਨਵਾਂ ਪਲਾਨ ਬਣਾਉਂਦੇ ਨੇ। ਤੁਹਾਡੇ ਸਾਹਮਣੇ ਸਾਰੇ ਚੱਲ ਰਿਹਾ ਇੱਕ ਸਿਲਸਿਲਾ। ਕੋਈ ਵੀ ਇਹ ਐਸਾ ਮੌਕਾ ਨਹੀਂ ਛੱਡ ਰਹੇ ਜਦੋਂ ਕਿ ਮੁਲਕ ਦੇ ਉੱਤੇ ਇੱਕ ਦਾ ਹਮਲਾ ਨਾ ਠੋਕ ਦੇਣ, ਇੰਤਸ਼ਾਰ ਨਾ ਫੈਲਾ ਦੇਣ, ਇੰਤਸ਼ਾਰ ਦਾ ਬੰਦੋਬਸਤ ਨਾ ਕਰ ਲੈਣ, ਪਲਾਨਿੰਗ ਬਾਹਰ ਤੇ ਥਿੰਕ ਟੈਂਕ ਇਹਨਾਂ ਨੂੰ ਕਰਕੇ ਦੇਣ। ਇਹ ਸਾਰਾ ਸਿਲਸਿਲਾ ਚੱਲੀ ਜਾ ਰਿਹਾ। ਹੁਣ ਅਸੀਂ ਇਹਦੇ ਕੋਲ ਬਚਾਂਗੇ ਕਿਸ ਤਰ੍ਹਾਂ? ਬਚਣ ਵਾਸਤੇ ਸੌਖਾ ਤਰੀਕਾ, ਲੇਕਿਨ ਮੈਨੂੰ ਨਹੀਂ ਸਮਝਾ ਬਾਹਰ ਕਿ ਉਹ ਤਰੀਕਾ ਕਿਉਂ ਨਹੀਂ ਇਸਤੇਮਾਲ ਹੋ ਰਿਹਾ। ਉਸ ਬੰਦੇ ਨੇ 9 ਮਈ ਨੂੰ ਜੋ ਕੀਤਾ ਸੀ, ਤੁਸੀਂ ਕਹਿੰਦੇ ਤੁਹਾਡੇ ਕੋਲ ਐਵੀਡੈਂਸ ਪਏ ਨੇ, ਸਬੂਤ ਪਏ ਨੇ, ਤੁਹਾਡੇ ਕੋਲ ਪਏ ਨਾ, ਤੇ ਫਿਰ ਇਹ ਤੁਸੀਂ ਕਿਉਂ ਮੌਕਾ ਦੇ ਰਹੇ ਜੇ ਸਾਰਿਆਂ ਨੂੰ ਕਿ ਵੀ ਉਹ ਤੁਹਾਨੂੰ ਇੱਕ ਹੋਰ ਨਵੇਂ ਇਮਤਿਹਾਨ ਨਹੀਂ ਪਾਉਣ, ਜਾਣ ਬੁੱਝ ਕੇ ਤੁਸੀਂ ਇਮਤਿਹਾਨ ਨਵੇਂ ਲੈਂਦੇ ਜਾਂ ਫਿਰ ਤੁਸੀਂ ਉਹਨੂੰ ਹੱਲ ਕਰਦੇ ਪਰਚੇ। ਔਖਾ ਜਿਹਾ ਕੰਮ ਹੈ।
ਬਿਹਤਰ ਹੈਗਾ ਕਿ ਉਹਨਾਂ ਨੇ ਕੋਈ ਸਾਰਾ ਕੀਤਾ, ਤੁਹਾਡੇ ਕੋਲ ਸਬੂਤ ਪਏ ਨੇ, ਚੁੱਕ ਕੇ ਜਨਾਬ ਉਹਨਾਂ ਨੂੰ ਟੰਗਣ ਦਾ ਉਹ ਸਜ਼ਾ ਸੁਣਾਓ, ਟੰਗਣ ਦੀ ਸੁਣਾਣੀ ਹੈ, ਸੌ ਸੁਣਾਣੀ ਹੈ, ਨਹੀਂ ਵੀ ਕੋਈ ਸਜ਼ਾ ਸੁਣਾਣੀ ਨਾ ਸੁਣਾਓ, ਕੋਈ ਬਰੂਨੀ ਪ੍ਰੈਸ਼ਰ ਹੋਏਗਾ, ਕੋਈ ਹੋਰ ਚੀਜ਼ਾਂ ਨਾ ਸੁਣਾਓ, ਕੋਈ ਗੱਲ ਨਹੀਂ, ਲੇਕਿਨ ਉਹ ਕਮ ਸੇ ਕਮ ਇਹ ਤੇ ਸਾਰਿਆਂ ਨੂੰ ਦੱਸਿਓ ਨਾ ਕਿ ਇਹ ਬੰਦੇ ਨੇ ਐਸਾ ਕੋਈ ਕੀਤਾ ਸੀ, ਉਹਦੀ ਜਮਾਤ ਤੇ ਉਹ ਬੈਨ ਕਰੋ ਨਾ, ਉਹਦੀ ਬੰਦ ਹੈ ਬੈਨ। ਫੋਰਨ ਫੰਡਿੰਗ ਕੇਸ ਕਿੱਥੇ ਗਿਆ ਜਨਾਬ, ਮੈਨੂੰ ਤੁਸੀਂ ਦੱਸੋ, ਤੁਸੀਂ ਬੜੇ ਸਾਨੇ ਬੰਦੇ ਜੇ ਤੇ ਬੜਾ ਕੁਝ ਕਰੋ, ਉਹ ਕਿੱਥੇ ਗਿਆ? ਉਹ ਰੋਲ ਕੇ ਬਿਲਕੁਲ ਕਿਨਾਰੇ ਦੇ ਐਜ ਤੱਕ ਪਹੁੰਚਿਆ ਸੀ, ਉਹ ਕਿੱਥੇ ਗਾਇਬ ਹੋ ਗਿਆ? ਕੌਣ ਗਾਇਬ ਕਰਨ ਵਾਲਾ? ਉਹਦੇ ਪਿੱਛੇ ਮਸ਼ੀਨ ਦੀ ਖੜੀ ਹੈ, ਕਿਹੜੀ ਮਸ਼ੀਨ ਹੈ ਜਿਹੜੀ ਹਾਲੇ ਤੱਕ ਸਪੋਰਟ ਕਰੀ ਜਾ ਰਹੀ ਹੈ ਉਹਨੂੰ? ਫੋਰਨ ਫੰਡਿੰਗ ਦਾ ਕੇਸ ਜਿੱਥੋਂ ਪਾਰਟੀ ਪੂਰੀ ਖਤਮ ਹੁੰਦੀ ਹੈ, ਇਹ 9 ਮਈ ਪਾਰਟੀ ਪੂਰੀ ਖਤਮ ਹੁੰਦੀ ਹੈ, ਤੇ ਜੇ ਤੁਸੀਂ ਖਤਮ ਨਹੀਂ ਕਰਨੀ, ਜੇ ਝੰਡੇ ਕਦੀ ਉਹਨਾਂ ਨਾਲ ਬੈਠ ਜਾ ਰਿਹਾ ਤੇ ਕਦੀ ਆ ਰਿਹਾ, ਕਦੀ ਜਾ ਰਿਹਾ ਤੇ ਕਦੀ ਆ ਰਿਹਾ, ਕਦੀ ਜਾ ਰਿਹਾ, ਉਹ ਬੈਠਾਂ ਦੇ ਰੋਲੇ ਪਏ ਨੇ, ਕਦੀ ਉਹ ਜਿਹੜਾ ਪ੍ਰੋਪਗੈਂਡਾ ਝੂਠਾ ਕਰਦੇ ਨੇ ਕਿ ਜੀ ਸਾਡੇ ਕਾਗਜ਼ਾਤ ਨਹੀਂ ਜਮ੍ਹਾਂ ਹੋ ਰਹੇ ਤੇ ਸਾਡੇ ਕੋਲ ਖੋਹ ਲੈਣੇ ਕਾਗਜ਼ ਤੇ ਜਿਹੜਾ ਫੈਲ ਗਾਇਬ ਹੋ ਗਈ ਹੈ, ਉਹ ਤੋਂ ਤੁਸੀਂ ਕੋਲ ਬੈਠੇ ਜੀ। ਜਦੋਂ ਅਸੀਂ ਬਹੁਤ ਜ਼ਿਆਦਾ ਕੰਮ ਸਿਰ ਤੇ ਵੱਜ ਜਾਂਦਾ ਹੈ, ਉਦੋਂ ਅਸੀਂ ਉੱਠਦੇ ਹਾਂ, ਉਸੇ ਟਾਈਮ ਕਿਉਂ ਨਹੀਂ ਉੱਠਦੇ ਤੁਸੀਂ? ਉਸੇ ਟਾਈਮ ਕਿਉਂ ਨਹੀਂ ਕਹਿੰਦੇ ਜੀ ਇਹ ਕੀ ਹੋਇਆ, ਇਹ ਫਲਾਣਾ ਕੰਮ ਇਹਨੇ ਇਸ ਤਰ੍ਹਾਂ ਕੀਤਾ, ਜੇ ਪਰਚਾ ਕੱਟ ਕੇ ਅੰਦਰ ਦਿਓ, ਅੰਦਰ ਬੈਠਾ ਇੱਕ ਹੋਰ ਪਰਚਾ ਠੋਕ ਦਿਓ, ਹੋਰ ਕੰਮ ਕਰਾਵੇ, ਹੋਰ ਠੋਕ ਦਿਓ। ਤੁਸੀਂ ਕਹਿੰਦੇ ਬਾਹਰ ਦੇ ਬੰਦੇ ਉਹ ਉਹਨਾਂ ਨੂੰ ਅਸੀਂ ਕੁਛ ਨਹੀਂ ਕਰ ਸਕਦੇ, ਬਾਹਰ ਜਿਹੜੇ ਬੈਠੇ ਬਕਵਾਸ ਕਰ ਰਹੇ ਨੇ ਫੌਜ ਦੇ ਉੱਤੇ ਸਾਰੇ ਤੇਰੇ ਬੋਲ, ਤੁਸੀਂ ਕੁਛ ਨਹੀਂ ਕਰ ਸਕਦੇ ਜੀ। ਉਹ ਬੰਦੇ ਕਹਿੰਦੇ ਨੇ ਉਹ ਕਿਹਦੀ ਸਪੋਰਟ ਦੇ ਹੀ ਬੋਲ ਰਹੇ ਨੇ, ਗੱਲ ਖਤਮ। ਉਸ ਪਾਰਟੀ ਨੂੰ ਪੁੱਛੋ, ਉਹ ਜਾਣਨ, ਉਹਨਾਂ ਦੇ ਬੰਦੇ ਜਾਣਨ। ਤੁਸੀਂ ਜ਼ਰੂਰ ਬਾਹਰ ਦੇ ਮੁਲਕਾਂ ਜਾ ਕੇ ਇਜਾਜ਼ਤ ਲੈ ਕੇ ਅਰੈਸਟ ਕਰਨੇ ਨੇ, ਤੁਹਾਨੂੰ ਕੀ ਜ਼ਰੂਰਤ ਹੈ? ਤੁਸੀਂ ਉੱਥੋਂ ਉਤਰਾਮਾ ਤੁਹਾਡੇ ਕੋਲ ਨਹੀਂ ਖਿੱਚ ਲਓ। ਇਹ ਕਿੰਨੇ ਕਰਨਾ, ਕਿਉਂ ਨਹੀਂ ਕਰਦੇ ਯਾਰ? ਸਾਡੀ ਸਮਝੋ ਬਾਰ ਹੋ ਸਕਦਾ ਤੁਹਾਡੀ ਜਿਹੜੀ ਕੰਪਨੀ ਸਾਡੀ ਸਮਝ ਨਾ ਆਉਂਦੀ ਹੋਵੇ, ਇਹ ਵੀ ਹੋ ਸਕਦਾ, ਜਾਂ ਹੋ ਸਕਦਾ ਕਿ ਵੀ ਅਸੀਂ ਸਹੀ ਵੀ ਸਮਝ ਰਹੀ ਹੋਵੇ ਤੇ ਗਲਤ ਵੀ ਸਮਝ ਰਹੀ ਹੋਈ। ਪਰ ਅੱਲਾਹ ਤਾਲਾ ਸਾਡੇ ਪੱਖ ਵਾਸਤੇ ਬਿਹਤਰ ਕਰੇ, ਜੋ ਵੀ ਹੋਵੇ ਸਾਡੇ ਪੱਖ ਵਾਸਤੇ ਬਿਹਤਰ ਹੁੰਦੇ ਜਿਹੜੇ, ਜਿਹੜਾ ਵੀ ਬਿਹਤਰ ਹੋਵੇ ਉਹਨੂੰ ਅੱਲਾਹ ਮੈਂ ਅੱਗੇ ਕਰ ਦੇਵੇ, ਉਹਨੂੰ ਸਾਡੀ ਲੀਡਰਸ਼ਿਪ ਵਾਲੇ ਪਾਸੇ ਲੈ ਸਾਨੂੰ ਲੀਡ ਕਰਿਓ, ਜਿਹੜਾ ਸਾਡੇ ਹੱਕ ਬਿਹਤਰ ਹੋਵੇ, ਤੇ ਜਿਹੜਾ ਸਾਡੇ ਹੱਕ ਨਾ ਬਿਹਤਰ ਹੋਵੇ ਉਹਦੀ ਕੋਈ ਗੱਲ ਨਹੀਂ, ਲੇਕਿਨ ਜਿਹੜਾ ਸਾਡੇ ਖਿਲਾਫ ਹੋਵੇ, ਦੁਸ਼ਮਣੀ ਤਰਫੋਂ ਲੜ ਰਿਹਾ ਹੋਵੇ, ਇਹਨਾਂ ਚੋਂ ਕੋਈ ਵੀ ਹੋਵੇ, ਜਿਹੜਾ ਮਰਜ਼ੀ ਹੋਵੇ, ਉਹਨੂੰ ਅੱਲਾਹ ਪਾਕ ਤਬਾਹ ਬਰਬਾਦ ਕਰ ਦੇਵੇ, ਇਸ ਮੁਲਕ ਪਾਕਿਸਤਾਨ ਨੂੰ ਉਹਦੇ ਕੋਲ ਜਾਨ ਛੁਡਾ ਦੇਵੇ। ਦੋਸਤੋ ਦੁਆ ਯਾਦ ਰੱਖਣਾ, ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰਨਾ, ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਤੇ ਮਿਲਾਂਗੇ ਕਿਸੇ ਹੋਰ ਗੱਪਸ਼ਪ ਦੇ ਵਿੱਚ। ਅੱਲਾਹ ਹਾਫਿਜ਼।